मैं सुखविंदर सिंह फिटर इंस्ट्रक्टर गौरमेंट ITI बरनाला अज तुहाडे लई एक नवा टॉपिक सिंपल स्क्रैपर्स लैके हाज़र होए हाँ। इस विच आपां अज स्क्रैपर उन्हां दी वरतों अते उन्हां दे प्रकार बारे डिस्कस करांगे। तो सब तो पहला आपां गल करदे हां स्क्रैपर हुंदा की है। स्क्रैपर एक अजिहा हैंड औजार है जिस दा प्रयोग फाइलिंग ਜਾਂ ਮਸ਼ੀਨਿੰਗ ਤੋਂ ਬਾਅਦ ਸਤ੍ਹਾ ਨੂੰ ਖੁਰਚ ਕੇ ਸ਼ੁੱਧ ਸਮਤਲ ਬਣਾਉਣ ਵਿੱਚ ਕੀਤਾ ਜਾਂਦਾ ਹੈ। ਤੁਹਾਨੂੰ ਮੈਂ ਦੱਸ ਦੇਵਾਂ ਸਕ੍ਰੈਪਰ ਇੱਕ ਪ੍ਰਕਾਰ ਦਾ ਖੁਰਚਣਾ ਹੁੰਦਾ ਹੈ। ਜਿਸ ਤਰ੍ਹਾਂ ਇਸ ਨਾਲ ਆਪਾਂ ਜਦੋਂ ਫਾਈਲਿੰਗ ਕਰਦੇ ਹਾਂ ਜਾਂ ਮਸ਼ੀਨਿੰਗ ਕਰਦੇ ਹਾਂ, ਜਿਹੜੀ ਸਤ੍ਹਾ ਉੱਚੀ ਰਹਿ ਜਾਂਦੀ ਹੈ ਜਾਂ ਹਾਈ ਸਪੌਟ ਰਹਿ ਜਾਂਦੇ ਨੇ, ਉਹਨਾਂ ਨੂੰ ਆਪਾਂ ਖੁਰਚ ਕੇ ਸਮਤਲ ਕਰਦੇ ਹਾਂ। ਉਸ ਖੁਰਚਣ ਨੂੰ ਇਹਨੂੰ ਆਪਾਂ ਸਕ੍ਰੈਪਰ ਕਹਿੰਦੇ ਹਾਂ, ਜਿਹੜੀ ਸਤ੍ਹਾ ਉੱਚੀ ਰਹਿੰਦੀ ਹੈ। ਸਕ੍ਰੈਪਰ ਕਿਸ ਚੀਜ਼ ਦੇ ਬਣੇ ਹੁੰਦੇ ਹਨ? ਸਕ੍ਰੈਪਰ ਉੱਚ ਕਾਰਬਨ ਇਸਪਾਤ ਮਤਲਬ ਹਾਈ ਕਾਰਬਨ ਸਟੀਲ ਦੇ ਬਣਾਏ ਜਾਂਦੇ ਹਨ। ਸਕ੍ਰੈਪਰ ਨੂੰ ਟੁੱਟੀ ਹੋਈ ਰੇਤੀ ਨੂੰ ਗ੍ਰਾਈਂਡ ਕਰਕੇ ਵੀ ਬਣਾਇਆ ਜਾ ਸਕਦਾ ਹੈ। ਆਪਾਂ ਜਿਹੜੀ ਰੇਤੀ ਟੁੱਟ ਜਾਂਦੀ ਹੈ ਉਹਨੂੰ ਵੀ ਗ੍ਰਾਈਂਡ ਕਰਕੇ ਆਪਾਂ ਸਕ੍ਰੈਪਰ ਬਣਾ ਸਕਦੇ ਹਾਂ। ਤੇ ਇਸ ਤੋਂ ਬਿਨਾਂ ਹਾਈ ਕਾਰਬਨ ਸਟੀਲ ਤੋਂ ਬਿਨਾਂ ਜਿਹੜੇ ਸਕ੍ਰੈਪਰ ਆ ਉਹ ਹਾਈ ਗ੍ਰੇਡ ਟੂਲ ਸਟੀਲ ਜਾਂ ਸਪੈਸ਼ਲ ਅਲੋਇਡ ਸਟੀਲ ਦੇ ਵੀ ਬਣੇ ਹੁੰਦੇ ਹਨ। ਇਹ ਤੁਸੀਂ ਮਟੀਰੀਅਲ ਦੋ ਯਾਦ ਰੱਖਣੇ ਆ, ਹਾਈ ਕਾਰਬਨ ਸਟੀਲ ਜਾਂ ਹਾਈ ਗ੍ਰੇਡ ਟੂਲ ਸਟੀਲ ਜਾਂ ਸਪੈਸ਼ਲ ਅਲੋਏ ਸਟੀਲ। ਇਹਨਾਂ ਦੇ ਜਿਹੜੇ ਮਟੀਰੀਅਲ ਨੇ ਉਹ ਸਕ੍ਰੈਪਰ ਇਹਨਾਂ ਮਟੀਰੀਅਲ ਦਾ ਬਣਿਆ ਹੁੰਦਾ ਹੈ। ਇੱਕ ਹੁੰਦੇ ਨੇ ਟਿਪਡ ਸਕ੍ਰੈਪਰ। ਇਹ ਤਾਂ ਜਿਹੜਾ ਮਟੀਰੀਅਲ ਦੱਸਿਆ ਤੁਹਾਨੂੰ ਮੈਂ, ਹਾਈ ਕਾਰਬਨ ਸਟੀਲ ਜਾਂ ਹਾਈ ਗ੍ਰੇਡ ਟੂਲ ਸਟੀਲ, ਸਾਰੇ ਦਾ ਸਾਰਾ ਸਕ੍ਰੈਪਰ ਆ ਜਿਹੜਾ ਉਹ ਇਹ ਮਟੀਰੀਅਲ ਦਾ ਬਣਿਆ ਹੁੰਦਾ ਹੈ। ਜਿਹੜਾ ਆ ਜਾਂਦਾ ਟੰਗਸਟਨ ਕਾਰਬਾਈਡ ਟਿਪਡ ਟੂਲ। ਇਹਦੇ ਵਿੱਚ ਕੀ ਹੁੰਦਾ, ਜਿਵੇਂ ਲੇਥ ਦਾ ਆਪਣਾ ਟੂਲ ਹੁੰਦਾ ਉਸ ਤਰ੍ਹਾਂ ਟਿਪ ਹੁੰਦੀ ਹੈ ਇੱਕ, ਜਿਹੜੀ ਕਿ ਟੰਗਸਟਨ ਕਾਰਬਾਈਡ ਦੀ ਬਣੀ ਹੁੰਦੀ ਆ। ਉਹ ਸਕ੍ਰੈਪਰ ਦੇ ਆਪਾਂ ਅਗਲੇ ਹਿੱਸੇ 'ਤੇ ਕੱਸਦੇ ਹਾਂ। ਉਹ ਸਕ੍ਰੈਪਰ ਬਾਕੀ ਸਾਰਾ ਟੰਗਸਟਨ ਦਾ ਨਹੀਂ ਬਣਿਆ ਹੁੰਦਾ, ਸਿਰਫ ਇਕੱਲੀ ਟਿਪ ਬਣੀ ਹੁੰਦੀ ਆ ਜਿਹੜੀ ਕਿ 1 ਜਾਂ 2 ਇੰਚ ਦੀ ਹੁੰਦੀ ਆ। ਉਹ ਆਪਾਂ ਮੂਹਰੇ ਸਕ੍ਰੈਪਰ ਦੇ ਉੱਪਰ ਨਟ ਨਾਲ ਕੱਸਦੇ ਹਾਂ ਅਤੇ ਉਸ ਟਿਪ ਨੂੰ ਆਪਾਂ ਸਕ੍ਰੈਪ ਕਰਨ ਲਈ ਯੂਜ਼ ਕਰਦੇ ਹਾਂ। ਜਦੋਂ ਕਿ ਟੰਗਸਟਨ ਕਾਰਬਾਈਡ ਬਹੁਤ ਮਹਿੰਗਾ ਮਟੀਰੀਅਲ ਆ ਅਤੇ ਬਹੁਤ ਜ਼ਿਆਦਾ ਹਾਰਡ ਹੁੰਦਾ, ਤਾਂ ਇਸ ਨੂੰ ਟਿਪ ਦੇ ਰੂਪ ਵਿੱਚ ਵਰਤਿਆ ਜਾਂਦਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਟਾਈਪ ਆਫ ਸਕ੍ਰੈਪਰ। ਸਭ ਤੋਂ ਪਹਿਲਾਂ ਆ ਜਾਂਦਾ ਫਲੈਟ ਸਕ੍ਰੈਪਰ। ਇਸ ਸਕ੍ਰੈਪਰ ਦਾ ਪ੍ਰਯੋਗ ਚਪਟੀ ਸਤ੍ਹਾ ਨੂੰ ਸਕ੍ਰੈਪ ਕਰਨ ਦੇ ਲਈ ਕੀਤਾ ਜਾਂਦਾ ਹੈ। ਇਸ ਦੀ ਕਟਿੰਗ ਧਾਰ ਗੋਲਾਕਾਰ ਜਾਂ ਕਨਵੈਕਸ ਆਕਾਰ ਵਿੱਚ ਬਣੀ ਹੁੰਦੀ ਹੈ। ਇਸ ਦੀ ਲੰਬਾਈ 100 ਮਿਲੀਮੀਟਰ ਤੋਂ 300 ਮਿਲੀਮੀਟਰ ਤੱਕ ਹੁੰਦੀ ਹੈ। ਇੱਕ ਗੱਲ ਇੱਥੇ ਤੁਹਾਨੂੰ ਮੈਂ ਹੋਰ ਦੱਸ ਦੇਵਾਂ, ਨਿੰਮੀ ਪੈਟਰਨ ਦੀ ਬੁੱਕ ਦੇ ਅਕੋਰਡਿੰਗ ਇਹਦਾ ਸਾਈਜ਼ 150 ਤੋਂ ਲੈ ਕੇ 500 mm ਤੱਕ ਵੀ ਹੁੰਦਾ ਹੈ। ਜੇਕਰ ਪੇਪਰ ਵਿੱਚ ਕੁਐਸਚਨ ਆਪਸ਼ਨ ਆਉਂਦੀ ਹੈ 150 ਤੋਂ 500 mm ਅਤੇ 100 ਤੋਂ 300 ਵਾਲੀ mm ਵਾਲੀ ਨਹੀਂ ਆਪਸ਼ਨ ਹੈਗੀ, ਤਾਂ ਤੁਸੀਂ ਉਹ ਵੀ ਆਪਸ਼ਨ ਯੂਜ਼ ਕਰ ਸਕਦੇ ਹੋ। 150 ਤੋਂ ਲੈ ਕੇ 500 mm ਤੱਕ ਵੀ ਇਹਦਾ ਸਾਈਜ਼ ਹੁੰਦਾ ਹੈ। ਇਸ ਦੀ ਧਾਰ 81 ਦੇ ਕੋਣ ਦੇ ਇੱਕ ਪਾਸੇ ਗ੍ਰਾਈਂਡ ਕਰਕੇ ਬਣਾਈ ਜਾਂਦੀ ਹੈ। ਜਿਹੜਾ ਇਹਦਾ ਐਂਗਲ ਹੁੰਦਾ ਗਾ ਉਹ 81 ਡਿਗਰੀ ਦੇ ਹੁੰਦਾ। ਉਹ ਵੀ ਤੁਹਾਨੂੰ ਮੈਂ ਅੱਗੇ ਪੂਰੀ ਤਰ੍ਹਾਂ ਡਿਟੇਲ ਵਿੱਚ ਦੱਸਦਾ। ਇਹ ਆਪਣੇ ਸਕ੍ਰੈਪਰ ਨੇ, ਫਲੈਟ ਸਕ੍ਰੈਪਰ ਇਹ, ਠੀਕ ਹੈ। ਇਹ ਉਹਦੀ ਰੀਅਲ ਇਮੇਜ ਇਸ ਤਰ੍ਹਾਂ ਦਾ ਸਕ੍ਰੈਪਰ ਹੁੰਦਾ ਗਾ। ਇਹ ਸਕ੍ਰੈਪਰ ਦੇ ਪਾਰਟ ਨੇ, ਹੈਂਡਲ ਹੋ ਗਿਆ, ਜਿੱਦਾਂ ਰੇਤੀ ਦਾ ਪਾਰਟ ਹੁੰਦਾ ਟੈਂਗ, ਉਵੇਂ ਸਕ੍ਰੈਪਰ ਦਾ ਪਾਰਟ ਹੋ ਗਿਆ ਟੈਂਗ। ਇਹ ਉਹਦੀ ਬਾਡੀ ਹੋ ਗਈ, ਇਹ ਉਹਦਾ ਕਟਿੰਗ ਐਜ ਹੋ ਗਿਆ ਜਿਹੜਾ ਕਟਿੰਗ ਕਰਦਾ। ਇਹ ਜਿਹੜਾ ਐਂਗਲ ਬਣਿਆ ਹੋਇਆ, ਇਹ ਟੇਪਰ ਕਰਕੇ ਜਿਹੜਾ ਐਂਗਲ ਬਣਾਇਆ, ਇਹ ਐਂਗਲ ਹੈਗਾ 81 ਡਿਗਰੀ ਦੇ ਉੱਪਰ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਐਂਗਲ ਬਣਿਆ ਹੋਇਆ ਟੇਪਰ ਕਰਕੇ, ਠੀਕ ਹੈ। ਇਹ 81 ਡਿਗਰੀ ਦੇ ਐਂਗਲ ਬਣਿਆ ਹੋਇਆ, ਸ਼ਾਰਪ ਐਜ ਆ ਪੂਰਾ ਤਿੱਖਾ। ਇਹ ਫਲੈਟ ਸਕ੍ਰੈਪਰ ਆ, ਠੀਕ ਹੈ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਨਿੰਮੀ ਪੈਟਰਨ ਦੀ ਬੁੱਕ ਵਿੱਚ ਮੈਂ ਦੇਖਿਆ ਸੀ, ਉਸ ਤੋਂ ਜਿਹੜੀ ਲੈਂਥ ਆ ਉਹ 150 ਤੋਂ 500 mm ਦਿੱਤੀ ਗਈ ਹੈ। ਤਾਂ ਇਹ ਤੁਸੀਂ ਯਾਦ ਰੱਖਣਾ, 150 ਤੋਂ 500 mm। ਜੇ ਇਹ ਆਪਸ਼ਨ ਨਹੀਂ ਹੈਗੀ, ਇਹ ਆਪਸ਼ਨ ਹੈਗੀ ਆ 100 ਤੋਂ 300 mm, ਤਾਂ ਤੁਸੀਂ ਇਹ ਵੀ ਆਪਸ਼ਨ ਪੇਪਰ ਦੇ ਵਿੱਚ ਟਿਕ ਕਰ ਸਕਦੇ ਹੋ। ਅਤੇ ਐਂਗਲ ਯਾਦ ਰੱਖਣਾ ਇਹਦਾ ਜੋ 81 ਡਿਗਰੀ ਹੁੰਦਾ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਧਿਆਨ 'ਚ ਰੱਖਣਾ, ਜਦੋਂ ਫਲੈਟ ਸਕ੍ਰੈਪਰ ਨੂੰ ਆਪਾਂ ਵਰਤੋਂ ਕਰਦੇ ਹਾਂ, ਜਿਸ ਮਟੀਰੀਅਲ ਨੂੰ ਆਪਾਂ ਸਕ੍ਰੈਪ ਕਰਨਾ, ਫਲੈਟ ਸਰਫੇਸ ਹੀ ਆਪਾਂ ਇਹਦੇ ਨਾਲ ਸਕ੍ਰੈਪ ਕਰ ਸਕਦੇ ਹਾਂ। ਜਿਹੜੇ ਚਪਟੇ ਸਰਫੇਸ ਨੇ ਫਲੈਟ, ਜਿਵੇਂ ਤੁਸੀਂ ਦੇਖ ਰਹੇ ਹੋ ਬਿਲਕੁਲ ਫਲੈਟ ਸਰਫੇਸ ਆ। ਇਹ 'ਤੇ ਮਾੜਾ ਮੋਟੀ ਉੱਚੀਆਂ ਸਤ੍ਹਾ ਰਹਿ ਗਈਆਂ ਫਾਈਲਿੰਗ ਕਰਨ ਤੋਂ ਬਾਅਦ ਜਾਂ ਮਸ਼ੀਨਿੰਗ ਕਰਨ ਤੋਂ ਬਾਅਦ, ਉਹਨਾਂ ਨੂੰ ਹਟਾਉਣ ਦੇ ਲਈ ਆਪਾਂ ਇਹਦੀ ਵਰਤੋਂ ਕਰਦੇ ਹਾਂ। ਤਾਂ ਸਕ੍ਰੈਪਰ ਦਾ ਜਿਹੜਾ ਐਂਗਲ ਹੈਗਾ, ਝੁਕਾਅ ਗਾ, ਜਿਹੜੇ ਮਟੀਰੀਅਲ ਨੂੰ ਆਪਾਂ ਸਕ੍ਰੈਪ ਕਰਨਾ
ਉਹ ਜਿਹੜਾ ਐਂਗਲ ਆ ਉਹ 30 ਡਿਗਰੀ ਦਾ ਚਾਹੀਦਾ ਹੁੰਦਾ। ਇਹ ਵੀ ਤੁਸੀਂ ਚੀਜ਼ ਇੱਕ ਯਾਦ ਰੱਖਣੀ ਆ। ਜਿਹੜਾ ਐਂਗਲ ਆ ਉਹ ਜਿਵੇਂ ਇੱਥੇ ਮੈਂ ਤੁਹਾਨੂੰ ਦਿਖਾ ਰਿਹਾ, ਜਿੱਥੇ ਮੇਰਾ ਐਰੋ ਆ, ਝੁਕਾਅ ਜਿਹੜਾ ਹੈਗਾ ਸਕ੍ਰੈਪਰ ਦਾ 30 ਡਿਗਰੀ ਦਾ ਚਾਹੀਦਾ ਹੁੰਦਾ। ਠੀਕ ਆ। ਤੇ ਜਿਹੜਾ ਮੈਟਲ ਆਪਾਂ ਨੇ ਸਕ੍ਰੈਪ ਕਰਨਾਗਾ ਉਹ ਮੀਡੀਅਮ ਹਾਰਡਨੈਸ ਦਾ ਹੋਣਾ ਚਾਹੀਦਾ, ਤਾਂ ਹੀ ਸਕ੍ਰੈਪ ਹੋਊਗਾ। ਜੋ ਜ਼ਿਆਦਾ ਹਾਰਡ ਹੋਊਗਾ ਤਾਂ ਸਕ੍ਰੈਪਰ ਆਪਣਾ ਉਹਨੂੰ ਸਕ੍ਰੈਪ ਨਹੀਂ ਕਰ ਸਕਦਾ। ਇੱਥੇ ਤੁਸੀਂ ਦੇਖ ਰਹੇ ਹੋ ਸਕ੍ਰੈਪਿੰਗ ਪ੍ਰੋਸੈਸ, ਉਹ ਕਿਸ ਤਰ੍ਹਾਂ ਮਟੀਰੀਅਲ ਨੂੰ ਸਕ੍ਰੈਪ ਕਰ ਰਿਹਾ ਹੈਗਾ। ਦੂਸਰਾ ਆ ਜਾਂਦਾ ਹਾਫ ਰਾਉਂਡ ਸਕ੍ਰੈਪਰ। ਇਸ ਸਕ੍ਰੈਪਰ ਦੀ ਸ਼ਕਲ ਗੋਲਾਕਾਰ, ਅਰਧ ਗੋਲਾਕਾਰ ਹੁੰਦੀ ਹੈ। ਗਲਤ ਲਿਖਿਆ ਹੋਇਆ, ਅਰਧ ਗੋਲਾਕਾਰ ਹੁੰਦੀ ਹੈ। ਇਸ ਤਾਰ ਦੇ ਪਾਸੇ ਟੇਪਰ ਹੁੰਦਾ ਹੈ। ਇਸ ਦੀ ਜਿਹੜੀ ਤਾਰ ਆ ਗਈ ਉਹ ਟੇਪਰ ਹੁੰਦੀ ਹੈ। ਇਸ ਦਾ ਪ੍ਰਯੋਗ ਬੈਰਿੰਗ ਦੀ ਸਤ੍ਹਾ ਸਕ੍ਰੈਪ ਕਰਨ ਦੇ ਲਈ ਕੀਤੀ ਜਾਂਦੀ ਹੈ। ਜਿਹੜਾ ਬੈਰਿੰਗ ਹੁੰਦੇ ਨੇ ਆਪਣੇ, ਜਿਵੇਂ ਤੁਸੀਂ ਦੇਖੇ ਹੋਏ ਨੇ ਟਰੈਕਟਰਾਂ ਦੇ ਵਿੱਚ ਪੈਂਦੇ ਨੇ ਜਾਂ ਕਾਰਾਂ 'ਚ ਬੈਰਿੰਗ ਪੈਂਦੇ ਨੇ, ਉਹਨਾਂ ਦੀ ਸਤ੍ਹਾ ਨੂੰ ਸਕ੍ਰੈਪ ਕਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਬੈਰਿੰਗ ਸਕ੍ਰੈਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਬੈਰਿੰਗ ਸਕ੍ਰੈਪਰ ਵੀ ਕਹਿ ਦਿੰਦੇ ਨੇ। ਇਸ ਦਾ ਕਟਿੰਗ ਕੋਣ 45 ਡਿਗਰੀ ਦਾ ਹੁੰਦਾ ਹੈ। ਸਪਰੈਡ ਸਕ੍ਰੈਪਰ ਦਾ ਕੋਣ ਜਿਵੇਂ 81 ਡਿਗਰੀ ਦਾ ਸੀਗਾ, ਇਸ ਦਾ ਕਟਿੰਗ ਕੋਣ ਹੈ ਜਿਹੜਾ ਉਹ 45 ਡਿਗਰੀ ਦਾ ਹੁੰਦਾ ਹੈ ਅਤੇ 65 ਦੇ ਸੈਂਟਰ 'ਤੇ ਹੁੰਦਾ ਹੈ। ਸਕ੍ਰੈਪਿੰਗ ਕਰਦੇ ਸਮੇਂ ਇਸ ਦੀ ਕਟਿੰਗ ਤਾਰ ਦੀ ਵਰਕਤਾ ਜੌਬ ਦੇ ਸੰਪਰਕ ਵਿੱਚ ਆਉਣ ਵਿੱਚ ਸਹਾਇਤਾ ਕਰਦੀ ਹੈ ਅਤੇ ਛੋਟੇ ਸਪੌਟ ਨੂੰ ਹਟਾਉਣ ਵਿੱਚ ਸਹਾਇਕ ਹੁੰਦੀ ਹੈ। ਜਦੋਂ ਆਪਾਂ ਸਕ੍ਰੈਪਿੰਗ ਕਰਦੇ ਹਾਂ, ਜਿਹੜਾ ਉਹਦਾ ਕਟਿੰਗ ਐਜ ਆ ਉਹ ਮਟੀਰੀਅਲ ਨੂੰ ਸਕ੍ਰੈਪਿੰਗ ਕਰਨ ਵਿੱਚ ਮਦਦ ਕਰਦਾ, ਸਹਾਇਕ ਕਰਦਾ। ਹੁਣ ਆਪਾਂ ਹੁਣ ਦਿਖਾਉਂਦੇ ਹਾਂ ਹੁੰਦਾ ਕਿਸ ਤਰ੍ਹਾਂ ਦਾ। ਇਹ ਹੈਗਾ ਹਾਫ ਰਾਉਂਡ ਸਕ੍ਰੈਪਰ। ਇਹ ਥੋੜ੍ਹਾ ਜਿਹਾ ਕਨਵੈਕਸ ਬਣਿਆ ਹੁੰਦਾ। ਇਹ ਐਵੇਂ ਜਿਵੇਂ ਮੇਰਾ ਐਰੋ ਜਾ ਰਿਹਾ ਨਾ, ਐਂ ਥੋੜ੍ਹਾ ਗਲਾਈ ਦੇ ਵਿੱਚ ਹੁੰਦਾ, ਜਿਵੇਂ ਇੱਥੇ ਤੁਸੀਂ ਦੇਖ ਰਹੇ ਹੋ। ਆਹ ਚੀਜ਼ ਥੋੜ੍ਹੀ ਇਹ ਗੁਲਾਈ ਦੇ ਵਿੱਚ ਹੁੰਦੀ ਹੈ। ਇਹ ਤੁਹਾਡਾ ਹਾਫ ਰਾਉਂਡ ਸਕ੍ਰੈਪਰ ਹੈਗਾ। ਇਹ ਤੁਹਾਡਾ ਬੇਅਰਿੰਗ ਦਾ ਅੰਦਰਲਾ ਪਾਰਟ ਆ, ਠੀਕ ਹੈ। ਉਹਨੂੰ ਸਕ੍ਰੈਪ ਕਰਨ ਲਈ ਇਸ ਦੀ ਆਪਾਂ ਵਰਤੋਂ ਕਰ ਰਹੇ ਹਾਂ, ਠੀਕ ਹੈ ਜੀ। ਇਹਦੇ ਜਿਹੜੇ ਇਹ ਚੀਜ਼ ਟੇਪਰ ਕਰਿਆ ਹੁੰਦਾ ਇੱਕ ਸਾਈਡ ਨੂੰ ਹਲਕਾ ਹਲਕਾ, ਅਤੇ ਉਹ ਜਿਹੜਾ ਐਂਗਲ ਆ 45 ਡਿਗਰੀ ਦਾ ਬਣਿਆ ਹੁੰਦਾ। ਇੱਥੇ ਤੁਸੀਂ ਦੇਖ ਰਹੇ ਹੋ। ਇਹ ਤੁਹਾਡਾ ਹੈਗਾ ਜੀ ਹਾਫ ਰਾਉਂਡ ਸਕ੍ਰੈਪਰ। ਉਸ ਤੋਂ ਬਾਅਦ ਗੱਲ ਕਰਦੇ ਹਾਂ ਟ੍ਰੈਂਗੂਲਰ ਸਕ੍ਰੈਪਰ ਦੀ। ਟ੍ਰੈਂਗੂਲਰ ਸਕ੍ਰੈਪਰ ਜਿਵੇਂ ਤੁਹਾਡਾ, ਇਸ ਨੂੰ 3 ਸਕੁਐਰ ਟੈਪਰ ਵੀ ਕਹਿੰਦੇ ਹਨ। ਜਿਵੇਂ ਤੁਹਾਡੀ ਟ੍ਰੈਂਗੂਲਰ ਫਾਈਲ ਹੁੰਦੀ ਆ, ਉਸੇ ਤਰ੍ਹਾਂ ਦਾ ਇਹ ਟ੍ਰੈਂਗੂਲਰ ਸਕ੍ਰੈਪਰ ਹੁੰਦਾ ਗਾ, ਠੀਕ ਹੈ। ਇਸ ਲਈ ਇਹਨੂੰ 3 ਸਕੁਐਰ ਸਕ੍ਰੈਪਰ ਵੀ ਕਹਿੰਦੇ ਹਨ, ਕਿਉਂਕਿ 3 ਸਾਈਡਾਂ ਹੁੰਦੀਆਂ ਨੇ, ਇਸ ਲਈ ਇਹਨੂੰ 3 ਸਕੁਐਰ ਸਕ੍ਰੈਪਰ ਵੀ ਕਹਿੰਦੇ ਹਨ। ਇਸ ਦਾ ਪ੍ਰਯੋਗ ਛੋਟੇ ਵਿਆਸ ਦੇ ਜੌਬ ਨੂੰ ਸਕ੍ਰੈਪ ਕਰਨ ਵਿੱਚ, ਉਪਯੁਕਤ ਆਂਤਰਿਕ ਗੋਲਾਕਾਰ ਸਤ੍ਹਾ ਨੂੰ ਸਕ੍ਰੈਪ ਕਰਨ ਵਿੱਚ ਬੜਾ ਉਪਯੋਗੀ ਹੁੰਦਾ ਹੈ। ਇਹਦਾ ਵਰਤੋਂ ਵੀ ਆਪਾਂ ਗੋਲਾਕਾਰ ਸਤ੍ਹਾ ਨੂੰ ਸਕ੍ਰੈਪ ਕਰਨ ਲਈ ਕਰਦੇ ਹਾਂ। ਇਸ ਦੇ ਕਟਿੰਗ ਐਜ 3 ਹੁੰਦੇ ਹਨ, ਮਤਲਬ 3 ਇਸ ਦੇ ਕਟਿੰਗ ਐਜ ਹੁੰਦੇ ਹਨ। ਇਸ ਦੇ ਕਟਿੰਗ ਐਜ ਦੇ ਸੈਂਟਰ ਖੋਖਲਾ ਭਾਗ ਆਸਾਨੀ ਨਾਲ ਧਾਰ ਲਗਾਉਣ ਵਿੱਚ ਸਹਾਇਤਾ ਕਰਦਾ ਹੈ। ਉਹ ਕਿਸ ਤਰ੍ਹਾਂ, ਪਹਿਲਾਂ ਤੁਸੀਂ ਦੇਖੋ, ਇਹ ਤੁਹਾਡਾ ਟ੍ਰੈਂਗੂਲਰ ਸਕ੍ਰੈਪਰ ਆ। ਇੱਕ ਕਟਿੰਗ ਐਜ ਆ ਸੀਗਾ, ਇੱਕ ਆ ਸੀ, ਇੱਕ ਦੀ ਬੈਕ ਸਾਈਡ 'ਤੇ ਜੋ ਨਹੀਂ ਦਿਖ ਰਿਹਾ ਆਪਾਂ ਨੂੰ, ਠੀਕ ਹੈ। ਇਹ ਟ੍ਰੈਂਗੂਲਰ ਸਕ੍ਰੈਪਰ ਹੈਗਾ, ਅੱਗੋਂ ਇਹ ਸ਼ਾਰਪ ਕਰਿਆ ਹੁੰਦਾ, ਠੀਕ ਹੈ। ਇਹਦੇ ਜਿਹੜਾ ਇੱਕ ਐਜ ਤੋਂ ਦੂਜੇ ਐਜ ਦੇ ਤੱਕ ਗੈਪ ਆ ਉਹ ਥੋੜ੍ਹਾ ਜਿਹਾ ਅੰਦਰ ਨੂੰ ਹੁੰਦਾ, ਮਤਲਬ ਗਲਾਈ 'ਚ ਹੁੰਦਾ ਅੰਦਰ, ਤਾਂ ਜੋ ਇਹ ਐਜ ਆਸਾਨੀ ਨਾਲ ਬਣ ਸਕਣ ਅਤੇ ਸ਼ਾਰਪ ਕੀਤੇ ਜਾ ਸਕਣ। ਇਹਦਾ ਕੰਮ ਵੀ ਆਪਾਂ ਗੋਲਾਕਾਰ ਸਰਫੇਸ ਨੂੰ ਸਕ੍ਰੈਪ ਕਰਨ ਦੇ ਵਿੱਚ ਮਦਦ ਕਰਦੇ ਹਾਂ, ਠੀਕ ਹੈ। 3 ਸਾਈਡਾਂ ਹੁੰਦੀਆਂ ਨੇ, ਇਸ ਲਈ ਇਹਨੂੰ ਟ੍ਰੈਂਗੂਲਰ ਸਕ੍ਰੈਪਰ ਕਹਿੰਦੇ ਨੇ। ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦਾ ਜੀ ਬੁੱਲ ਨੋਜ਼ ਸਕ੍ਰੈਪਰ। ਬੁੱਲ ਮਤਲਬ ਸਾਂਢ ਨੂੰ ਕਹਿੰਦੇ ਨੇ, ਢੱਠੇ ਨੂੰ ਕਹਿੰਦੇ ਨੇ। ਇਸ ਸਕ੍ਰੈਪਰ ਦਾ ਆਕਾਰ ਸਾਂਢ ਦੇ ਨੱਕ ਦੇ ਸਮਾਨ ਹੁੰਦਾ ਹੈ। ਜਿਸ ਤਰ੍ਹਾਂ ਸਾਂਢ ਦਾ ਨੱਕ ਹੁੰਦਾ ਉਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ, ਇਸ ਤਰ੍ਹਾਂ ਦੀ ਗੁਲਾਈ ਦੇ ਵਿੱਚ ਇਹਦੀ ਸ਼ੇਪ ਹੁੰਦੀ ਹੈ। ਇਸ ਸਕ੍ਰੈਪਰ ਦੀ ਕਟਿੰਗ ਧਾਰ ਚਪਟੇ ਵਰਤਾਕਾਰ ਡਿਸਕ ਦੀ ਆਕਿਰਤੀ ਦੇ ਸਮਾਨ ਹੁੰਦੀ ਹੈ। ਇਸ ਦਾ ਵਰਤ ਦਾ 2/3 ਭਾਗ ਕਟਿੰਗ ਦਾ ਕੰਮ ਕਰਦਾ ਹੈ। ਮਤਲਬ ਜਿੰਨਾ ਇਹ ਕਟਿੰਗ ਐਜ ਆ, ਇਹਦਾ 2/3 ਭਾਗ, ਮੰਨ ਲਓ 66% ਦੇ ਕਰੀਬ ਜਿਹੜਾ ਪਾਰਟ ਆ ਦਾ 2/3 ਭਾਗ ਉਹ ਕਟਿੰਗ ਐਜ ਦਾ ਕੰਮ ਕਰਦਾ। ਜਿਵੇਂ ਇੱਥੋਂ ਲੈ ਕੇ ਸਪੋਜ਼ ਟੂ ਇੱਥੇ ਤੱਕ ਇਹ ਸਾਰਾ ਕਟਿੰਗ ਐਜ ਦਾ ਕੰਮ ਕਰਦਾ, 2/3 ਭਾਗ। ਇਹ ਵੀ ਇੱਕ ਕੁਐਸਚਨ ਵਿੱਚ ਬਣਦਾ, ਤੁਸੀਂ ਯਾਦ ਰੱਖਣਾ ਵੀ ਬੁੱਲ ਨੋਜ਼ ਸਕ੍ਰੈਪਰ ਦਾ ਕਿੰਨਾ ਪਾਰਟ ਆ ਜਿਹੜਾ ਉਹ ਕਟਿੰਗ ਐਜ ਦਾ ਕੰਮ ਕਰਦਾ, ਉਹ ਹੁੰਦਾ ਜੀ 2/3 ਭਾਗ। ਇਸ ਦਾ ਪ੍ਰਯੋਗ ਬੀਅਰਿੰਗ ਦੀ ਆਕਿਰਤਿਕ ਸਤ੍ਹਾ ਨੂੰ ਸਕ੍ਰੈਪ ਕਰਨ ਵਿੱਚ ਕੀਤਾ ਜਾਂਦਾ ਹੈ, ਠੀਕ ਹੈ। ਇਹ ਤਿੰਨੇ ਸਕ੍ਰੈਪਰ, ਫਲੈਟ ਸਕ੍ਰੈਪਰ ਨੂੰ ਛੱਡ ਕੇ ਬੁੱਲ ਨੋਜ਼ ਸਕ੍ਰੈਪਰ, ਹਾਫ ਰਾਉਂਡ ਸਕ੍ਰੈਪਰ ਅਤੇ ਟ੍ਰੈਂਗੂਲਰ ਸਕ੍ਰੈਪਰ, ਤਿੰਨੇ ਹੀ ਸਕ੍ਰੈਪਰ ਜ਼ਿਆਦਾਤਰ ਇਹ
ਅੰਦਰੂਨੀ ਸਤ੍ਹਾ ਜਿਵੇਂ ਬੇਅਰਿੰਗ ਦੀ ਸਤ੍ਹਾ ਨੂੰ ਸਕ੍ਰੈਪ ਕਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ। ਇਸ ਤਰ੍ਹਾਂ ਵੀ ਇੱਥੇ ਵੀ ਬੇਅਰਿੰਗ ਦੀ ਸਤ੍ਹਾ ਨੂੰ ਸਕ੍ਰੈਪ ਕਰਨ ਲਈ ਵਰਤਿਆ ਗਿਆ। ਉਸ ਤੋਂ ਬਾਅਦ ਆ ਜਾਂਦਾ ਹੁੱਕ ਸਕ੍ਰੈਪਰ। ਜਿਵੇਂ ਹੁੱਕ ਬਣੀ ਹੋਈ ਹੈ, ਤੁਸੀਂ ਦੇਖ ਰਹੇ ਹੋ ਇਹ ਹੁੱਕ ਬਣੀ ਹੋਈ ਹੈ 90 ਡਿਗਰੀ 'ਤੇ, ਇਸ ਲਈ ਇਹਦਾ ਨਾਮ ਹੁੱਕ ਸਕ੍ਰੈਪਰ ਹੈ। ਧਾਤੂ ਦੀ ਚਪਟੀ ਸਤ੍ਹਾ ਦੇ ਸੈਂਟਰ ਭਾਗ ਨੂੰ ਸਕ੍ਰੈਪਿੰਗ ਕਰਨ ਦੇ ਲਈ ਹੁੱਕ ਸਕ੍ਰੈਪਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਹੜੀ ਕੋਈ ਚਪਟੀ ਸਤ੍ਹਾ ਫਲੈਟ ਸਰਫੇਸ ਆ, ਉਹਦੇ ਸੈਂਟਰ ਵਾਲੇ ਭਾਗ ਨੂੰ ਸਕ੍ਰੈਪਿੰਗ ਕਰਨ ਲਈ ਤਾਂ ਆਪਾਂ ਹੁੱਕ ਸਕ੍ਰੈਪਰ ਦੀ ਵਰਤੋਂ ਕਰਦੇ ਹਾਂ। ਫਲੈਟ ਸਕ੍ਰੈਪਰ ਦੀ ਵਰਤੋਂ ਵੀ ਕਰ ਸਕਦੇ ਹਾਂ, ਪਰ ਜੇ ਜ਼ਿਆਦਾ ਫਿਨਿਸ਼ਿੰਗ ਕਰਨੀ ਆ ਤਾਂ ਆਪਾਂ ਹੁੱਕ ਸਕ੍ਰੈਪਰ ਦੀ ਵਰਤੋਂ ਕਰਦੇ ਹਾਂ। ਹੁੱਕ ਸਕ੍ਰੈਪਰ ਨਾਲ ਜਿਹੜੀ ਫਿਨਿਸ਼ਿੰਗ ਆ ਉਹ ਜ਼ਿਆਦਾ ਆਉਂਦੀ ਹੈ। ਇਸ ਦਾ ਕਟਿੰਗ ਪੁਆਇੰਟ 90 ਡਿਗਰੀ ਦੇ ਕੋਣ 'ਤੇ ਬਣਿਆ ਹੁੰਦਾ ਹੈ। ਜਿਹੜਾ ਇਹਦਾ ਕਟਿੰਗ ਪੁਆਇੰਟ ਆ ਉਹ 90 ਡਿਗਰੀ 'ਤੇ ਬਣਿਆ ਹੁੰਦਾ। ਇਸ ਦਾ ਉਪਯੋਗ ਜ਼ਿਆਦਾਤਰ ਫਿਨਿਸ਼ਿੰਗ ਦੇ ਕੰਮਾਂ ਲਈ ਕੀਤਾ ਜਾਂਦਾ ਹੈ। ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਜੇ ਜ਼ਿਆਦਾ ਫਿਨਿਸ਼ਿੰਗ ਕਰਨੀ ਹੈ ਤਾਂ ਆਪਾਂ ਹੁੱਕ ਸਕ੍ਰੈਪਰ ਦੀ ਵਰਤੋਂ ਕਰਦੇ ਹਾਂ। ਉਸ ਤੋਂ ਬਾਅਦ ਆ ਜਾਂਦੇ ਨੇ ਟਾਈਪਸ ਆਫ ਸਕ੍ਰੈਪਰ ਅਕੋਰਡਿੰਗ ਟੂ ਵਰਕਿੰਗ ਸਿਸਟਮ। ਇਸ ਦੇ ਅਨੁਸਾਰ ਦੋ ਤਰ੍ਹਾਂ ਦੇ ਸਕ੍ਰੈਪਰ ਹੁੰਦੇ ਨੇ, ਇੱਕ ਪੁਸ਼ ਟਾਈਪ ਸਕ੍ਰੈਪਰ ਹੁੰਦੇ ਨੇ, ਇੱਕ ਪੁੱਲ ਟਾਈਪ ਸਕ੍ਰੈਪਰ ਹੁੰਦੇ ਨੇ। ਪੁਸ਼ ਟਾਈਪ ਸਕ੍ਰੈਪਰ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਆਪਾਂ ਪੁਸ਼ ਕਰਦੇ ਹਾਂ, ਧੱਕਦੇ ਹਾਂ ਅੱਗੇ ਵੱਲ ਨੂੰ, ਅਤੇ ਫਿਰ ਮਟੀਰੀਅਲ ਰਿਮੂਵ ਹੁੰਦਾ ਗਾ। ਜਿਵੇਂ ਤੁਹਾਡਾ ਫਲੈਟ ਸਕ੍ਰੈਪਰ ਆ, ਟ੍ਰੈਂਗੂਲਰ ਸਕ੍ਰੈਪਰ ਆ, ਬੁੱਲਨੋਜ਼ ਸਕ੍ਰੈਪਰ ਆ, ਹਾਫ ਰਾਊਂਡ ਸਕ੍ਰੈਪਰ ਆ, ਇਹ ਸਾਰੇ ਸਕ੍ਰੈਪਰ ਤੁਹਾਡੇ ਪੁਸ਼ ਟਾਈਪ ਨੇ। ਇਹਨਾਂ ਨੂੰ ਤੁਸੀਂ ਧੱਕਦੇ ਹੋ ਅੱਗੇ ਨੂੰ, ਫਿਰ ਇਹ ਮਟੀਰੀਅਲ ਰਿਮੂਵ ਕਰਦੇ ਆ। ਜਿਨ੍ਹਾਂ ਸਕ੍ਰੈਪਰਾਂ ਨੂੰ ਅੱਗੇ ਦੇ ਪਾਸੇ ਵੱਲ ਧੱਕ ਕੇ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਹੈ, ਉਹ ਸਕ੍ਰੈਪਰ ਪੁਸ਼ ਟਾਈਪ ਸਕ੍ਰੈਪਰ ਕਹਿਲਾਉਂਦਾ ਹੈ। ਜਿਵੇਂ ਚਪਟੇ ਸਕ੍ਰੈਪਰ ਤੁਹਾਡੇ ਮਤਲਬ ਫਲੈਟ ਸਕ੍ਰੈਪਰ, ਟ੍ਰੈਂਗੂਲਰ ਸਕ੍ਰੈਪਰ, ਬੁੱਲਨੋਜ਼ ਸਕ੍ਰੈਪਰ, ਸਾਰੇ ਇਹ ਕੀ ਨੇ? ਪੁਸ਼ ਟਾਈਪ ਸਕ੍ਰੈਪਰ ਨੇ। ਪੁੱਲ ਟਾਈਪ 'ਚ ਕੀ ਹੁੰਦਾ? ਅਗਰ ਆਪਾਂ ਸਕ੍ਰੈਪਰ ਨੂੰ ਆਪਦੇ ਵੱਲ ਖਿੱਚਦੇ ਹਾਂ ਫਿਰ ਮਟੀਰੀਅਲ ਰਿਮੂਵ ਹੁੰਦਾ ਤਾਂ ਉਹਨੂੰ ਪੁੱਲ ਟਾਈਪ ਕਹਿੰਦੇ ਨੇ, ਖਿੱਚਣਾ ਕਹਿੰਦੇ ਨੇ। ਜਿਨ੍ਹਾਂ ਸਕ੍ਰੈਪਰ ਨੂੰ ਆਪਣੇ ਪਾਸੇ ਵੱਲ ਖਿੱਚ ਕੇ ਪ੍ਰਯੋਗ ਵਿੱਚ ਲਿਆ ਜਾਂਦਾ ਹੈ, ਉਹ ਸਕ੍ਰੈਪਰ ਪੁੱਲ ਟਾਈਪ ਸਕ੍ਰੈਪਰ ਕਹਿਲਾਉਂਦਾ ਹੈ। ਜਿਵੇਂ ਕਿ ਤੁਹਾਡਾ ਹੁੱਕ ਸਕ੍ਰੈਪਰ ਆ। ਹੁੱਕ ਸਕ੍ਰੈਪਰ ਨੂੰ ਤੁਸੀਂ ਆਪਦੇ ਵੱਲ ਖਿੱਚੋਗੇ, ਜਿਵੇਂ ਐਰੋ ਸ਼ੋਅ ਕਰ ਰਿਹਾ, ਇਹਨੂੰ ਆਪਦੇ ਵੱਲ ਖਿੱਚੋਗੇ ਫਿਰ ਇਹ ਮਟੀਰੀਅਲ ਨੂੰ ਸਕ੍ਰੈਪ ਕਰੂਗਾ ਇਸ ਸਾਈਡ ਤੋਂ ਇਸ ਸਾਈਡ ਵੱਲ ਨੂੰ, ਜਿੱਧਰ ਨੂੰ ਐਰੋ ਸ਼ੋਅ ਕਰ ਰਿਹਾ। ਪਰ ਪੁਸ਼ ਟਾਈਪ 'ਚ ਕੀ ਹੈ? ਤੁਸੀਂ ਪੁਸ਼ ਕਰੋਗੇ, ਧੱਕੋਗੇ ਅੱਗੇ ਵੱਲ ਨੂੰ, ਜਿਵੇਂ ਐਰੋ ਸ਼ੋਅ ਕਰ ਰਿਹਾ ਹੈਗਾ। ਇਹ ਦੋ ਤਰ੍ਹਾਂ ਦੇ ਸਕ੍ਰੈਪਰ ਹੁੰਦੇ ਨੇ, ਪੁਸ਼ ਟਾਈਪ ਅਤੇ ਪੁੱਲ ਟਾਈਪ। ਹੁਣ ਸਕ੍ਰੈਪਿੰਗ ਕਰਨ ਦੀ ਵਿਧੀ ਕਿਵੇਂ ਹੁੰਦੀ ਹੈ? ਮੈਥਡ ਆਫ ਸਕ੍ਰੈਪਿੰਗ ਔਨ ਫਲੈਟ ਸਰਫੇਸ। ਫਲੈਟ ਸਰਫੇਸ ਦੇ ਉੱਪਰ ਆਪਣਾ ਸਕ੍ਰੈਪਿੰਗ ਕਿਸ ਤਰ੍ਹਾਂ ਕਰਨੀ ਹੈ? ਸਭ ਤੋਂ ਪਹਿਲਾਂ ਗ੍ਰਾਈਂਡਿੰਗ, ਮਸ਼ੀਨਿੰਗ ਜਾਂ ਫਾਈਲਿੰਗ ਪ੍ਰਕਿਰਿਆ ਦੇ ਬਾਅਦ ਜੌਬ ਦੀ ਸਤ੍ਹਾ 'ਤੇ ਕੁਝ ਉੱਭਰੇ ਹੋਏ ਭਾਗ, ਜਿਨ੍ਹਾਂ ਨੂੰ ਆਪਾਂ ਹਾਈ ਸਪੌਟ ਕਹਿੰਦੇ ਹਾਂ, ਉਹ ਰਹਿ ਜਾਂਦੇ ਹਨ, ਜੋ ਕਿ ਸ਼ੁੱਧ ਸਮਤਲ ਦੀ ਸਲਾਈਡਿੰਗ ਸਤ੍ਹਾ ਵਿੱਚ ਮੁਸ਼ਕਲ ਪਾਉਂਦਾ ਹੈ। ਜਦੋਂ ਆਪਾਂ ਫਾਈਲਿੰਗ ਕਰ ਲੈਂਦੇ ਹਾਂ, ਮਸ਼ੀਨਿੰਗ ਕਰਦੇ ਹਾਂ, ਤਾਂ ਥੋੜ੍ਹੇ ਜਿਹੇ ਉੱਭਰੇ ਹੋਏ ਸਪੌਟ ਰਹਿ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਹਾਈ ਸਪੌਟ ਕਹਿੰਦੇ ਹਾਂ। ਜਦੋਂ ਆਪਾਂ ਕੋਈ ਦੋ ਪਾਰਟ ਨੂੰ ਸਲਾਈਡ ਕਰਦੇ ਹਾਂ ਤਾਂ ਉੱਤੇ ਪ੍ਰੋਬਲਮ ਕ੍ਰੀਏਟ ਕਰਦੇ ਆ, ਮੁਸ਼ਕਿਲਾਂ ਕ੍ਰੀਏਟ ਕਰਦੇ ਨੇ। ਆਪਣੇ ਤੋਂ ਪ੍ਰੋਪਰ ਸਲਾਈਡਿੰਗ ਨਹੀਂ ਹੁੰਦੀ, ਥੋੜ੍ਹੇ ਉੱਚੇ ਨੀਵੇਂ ਹੁੰਦੇ ਨੇ। ਇਹਨਾਂ ਉੱਭਰੇ ਹੋਏ ਭਾਗਾਂ ਦੀ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ? ਇੱਕ ਸਰਫੇਸ ਪਲੇਟ ਦੇ ਉੱਤੇ ਨੀਲੇ ਥੋਥੇ ਦੀ ਹਲਕੀ ਜਿਹੀ ਪਰਤ ਲਗਾਉਂਦੇ ਹਾਂ। ਨੀਲਾ ਥੋਥਾ ਕੀ ਹੈ? ਇੱਕ ਮਾਰਕਿੰਗ ਮੀਡੀਆ ਗਾ, ਠੀਕ ਹੈ, ਜਿਹਨੂੰ ਤੁਸੀਂ ਇੰਗਲਿਸ਼ 'ਚ ਪਰਸਨ ਬਲੂ ਵੀ ਕਹਿ ਦਿੰਦੇ ਹੋ। ਉਹ ਕੀ ਹੈ? ਇੱਕ ਮਾਰਕਿੰਗ ਮੀਡੀਆ, ਉਹਦੀ ਪਰਤ ਲਾਉਂਦੇ ਹਾਂ। ਸਮਾਨ ਰੂਪ ਵਿੱਚ ਜਿਹੜੀ ਪਰਤ ਆ ਸਮਾਨ ਰੂਪ ਵਿੱਚ ਲਗਾਈ ਜਾਂਦੀ ਹੈ, ਮਤਲਬ ਸਾਰੀ ਸਰਫੇਸ ਪਲੇਟ ਦੇ ਉੱਪਰ ਆਪਾਂ ਲਗਾ ਲੈਂਦੇ ਹਾਂ, ਕਿਉਂਕਿ ਸਰਫੇਸ ਪਲੇਟ ਆਪਾਂ ਨੂੰ ਪਤਾ ਬਿਲਕੁਲ ਪਲੇਨ ਹੁੰਦੀ ਹੈ, ਉਸ 'ਤੇ ਕੋਈ ਉੱਭਰਿਆ ਹੋਇਆ ਪਾਰਟ ਨਹੀਂ ਹੁੰਦਾ। ਉਸ ਤੋਂ ਬਾਅਦ ਕੀ ਕਰਦੇ ਆਪਾਂ? ਉਸ ਤੋਂ ਬਾਅਦ ਜਿਸ ਜੌਬ ਦੀ ਸਤ੍ਹਾ ਨੂੰ ਆਪਾਂ ਨੇ ਸਕ੍ਰੈਪ ਕਰਨਾ ਹੈ, ਉਸ ਨੂੰ ਸਰਫੇਸ ਪਲੇਟ ਦੇ ਉੱਪਰ ਰਗੜਿਆ ਜਾਂਦਾ ਹੈ, ਜਿਸ ਨਾਲ ਜੌਬ ਦੀ ਸਤ੍ਹਾ ਦੇ ਉੱਭਰੇ ਹੋਏ ਭਾਗ ਦੇ ਨਿਸ਼ਾਨੀਆਂ ਰਹਿ ਜਾਂਦੀਆਂ ਨੇ। ਜਿਹੜੇ ਉੱਚੇ ਪਾਰਟ ਨੇ ਜੌਬ ਦੇ, ਉੱਥੇ ਨੀਲਾ ਥੋਥਾ ਲੱਗ ਜੂਗਾ। ਜਿਹੜੇ ਪਾਰਟ ਨੀਵੇਂ ਨੇ ਉੱਥੇ ਨੀਲਾ ਥੋਥਾ ਨਹੀਂ ਲੱਗੂਗਾ, ਠੀਕ ਹੈ। ਉੱਥੋਂ ਆਪਾਂ ਨੂੰ ਉੱਚੇ ਨਿਸ਼ਾਨ ਜਿਹੜੇ ਆ ਉਹ ਪਤਾ ਲੱਗ ਜਾਣਗੇ ਵੀ ਆਹ ਨਿਸ਼ਾਨ ਨੇ ਜਿਹੜੇ ਆਪਣੇ ਇਹ ਜੌਬ ਦੇ ਉੱਚੇ ਨੇ। ਇਹਨਾਂ ਉੱਭਰੇ ਹੋਏ ਭਾਗਾਂ ਨੂੰ ਹਾਈ ਸਪੌਟ ਕਹਿੰਦੇ ਨੇ, ਉਹਨਾਂ ਨੂੰ ਆਪਾਂ ਹਾਈ ਸਪੌਟ ਕਹਿੰਦੇ ਹਾਂ। ਇਹਨਾਂ ਹਾਈ ਸਪੌਟ ਨੂੰ ਸਕ੍ਰੈਪਰ ਦੁਆਰਾ ਖੁਰਚਿਆ ਜਾਂਦਾ ਹੈ ਅਤੇ ਕੁਝ ਦੇਰ ਬਾਅਦ ਫਿਰ ਇਸ ਕਿਰਿਆ ਨੂੰ ਦੁਬਾਰਾ ਕੀਤਾ ਜਾਂਦਾ ਹੈ, ਭਾਵ ਸਰਫੇਸ ਪਲੇਟ 'ਤੇ ਫਿਰ ਨੀਲਾ ਥੋਥਾ ਲਗਾ ਕੇ ਆਪਾਂ ਜੌਬ ਨੂੰ ਰਗੜਿਆ ਜਾਂਦਾ ਹੈ। ਜੇਕਰ ਦੁਬਾਰਾ ਵੀ ਹਾਈ ਸਪੌਟ ਆਉਂਦੇ ਹਨ ਤਾਂ ਫਿਰ ਸਕ੍ਰੈਪ ਕਿਰਿਆ ਕੀਤੀ ਜਾਂਦੀ ਹੈ। ਜੇ ਫਿਰ ਦੁਬਾਰਾ ਤੋਂ ਹਾਈ ਸਪੌਟ ਆ ਗਏ ਫਿਰ ਤੋਂ ਆਪਾਂ ਸਕ੍ਰੈਪਿੰਗ ਕਰਦੇ ਹਾਂ। ਉਸ ਤੋਂ ਬਾਅਦ ਇਸ ਕਿਰਿਆ ਨੂੰ ਉਦੋਂ ਤੱਕ ਦੁਹਰਾਉਂਦੇ ਰਹਿੰਦੇ ਹਾਂ
जो तक सारे का सारा जिहड़ा अपना जॉब आ वो एक समतल नहीं हो जाती, सारे के सारे के उपर जे नीला तोता लग गया, बरस एंड ब्लू अपना सारे ते लग गया रगड़न समय, तो यदा मतलब की होया भी अपनी जी जॉब आ बिल्कुल प्लेन हो चुकी है। ये एक स्क्रैपिंग की विधि है जिस तरह आप फ्लैट सरफेस जोड़ा आप कर देंगे। फिर आ जाता स्क्रैपर नूं तेज करना, तिखा करना जिन्हें कहते हैं। हुण स्क्रैपर नूं बार बार प्रयोग करन ते उसके कटिंग पॉइंट काम करन योग नहीं रहिंदा, उसनूं ब्लंट हो जाता है। ये चीज़ याद रखनी है, स्क्रैपिंग पॉइंट का जिहड़ा कटिंग एज जो खराब हो जाता उन्होंने की कहते हैं, ब्लंट कहते हैं। इहनूं की होंदा ब्लंट हो जाता मतलब मुड़ जाता। उसनूं तेज करन दे लई आपां सिलिकॉन कार्बाइड व्हील, ये आपां पहलां ही ग्राइंडिंग व्हील वाले चैप्टर डिस्कस कर चुके हैं। सिलिकॉन कार्बाइड का जिहड़ा व्हील पथरी चाहिए है, उन्होंने ग्राइंडिंग व्हील है जिहड़ी उहदी पथरी आ वो सिलिकॉन कार्बाइड की चाहिए है। तो 120 तो लैके 150 तक साइज का ग्रिट साइज है वो चाहिए, जिहड़े एब्रेसिव पार्टिकल ने जिहड़ा उन्हां दा साइज आ वो 120 तो 150 के विच होना चाहिए, तो सिलिकॉन कार्बाइड के होने चाहिए ने। उहदा प्रयोग आपां जिहड़ा वो इहनूं शार्प करन दे लई करदे हां। उत्तल कटिंग एज प्राप्त करन दे लई स्क्रैपर के ब्लेड की गति चाप के आकार का होना चाहिए है। ग्राइंडिंग व्हील करन तो बाद उसके कटिंग एज नूं ऑयल स्टोन ते हौली हौली रगड़ते हुए फिनिशिंग कर लैनी चाहिए है। हुण जदों आपां ने ग्राइंडिंग कर ली, अपना एज जिहड़ा तिखा हो गया, उसनूं पूरी जिहड़ा उसका एज है ਉਹਦਾ आकार पूरा सही करने लई फिर आपां ही करते हैं ਉਹਦੇ कटिंग एज नूं जिहड़ी अपनी पथरी हुंदी जिहदे उपर आपां ने तुसीं कारपेंटर नूं देखिया होना तिखा करदे आ संद तिखे करते हैं उस, ठीक है। वो पथरी नूं आपां ऑयल स्टोन कह दिंदे आ जां कोरन ड्रम भी कहते हैं। दो तरह दी पथरियां होंदियां ने, एक ऑयल स्टोन हुंदी है, एक कोरन ड्रम हुंदी है। वो पथरी के उपर घसा के आपां, ठीक है, जिहड़ा ਉਹਦਾ एज हैगा वो आपां सही आकार का प्राप्त करते हैं। ग्राइंडिंग करने तो बाद ग्राइंडिंग के समय जेकर स्क्रैपर ज़्यादा गर्म हो जाए तो आपां कूलेंट का प्रयोग भी कर लेना चाहिए है। उस तो बाद आ जांदियां ने जी अंत दे विच सावधानियां। किहड़ियां सावधानियां जिहड़ी तुसीं वरतने जो स्क्रैपिंग करदे। सब तो पहला आ जांदी है स्क्रैपर का हैंडल चंगी तरह फिट होना चाहिए, ठीक है जी। उस तो बाद आ जांदा स्क्रैपिंग के समय स्क्रैपिंग के हैंडल और कारीगर के हत्थों से कोई लुबरीकेंट नहीं लग्या होना चाहिए, मतलब कोई तेल वगैरह या ग्रीस वगैरह नहीं लग्या होना चाहिए, नहीं वो तिलक जूगा तो हत्थ ते सट लगने के चांसेस बन सकते हैं। उपयोग ना होने ते स्क्रैपर के कटिंग एज नूं रबड़ के कवर नाल बंद करके रखना चाहिए है। जे स्क्रैपर नूं आपां नहीं वरतना तो उन्होंने रबड़ के कवर च बंद करके, जे नहीं हैगा तो अखबार वगैरह च लपेट के रखना चाहिए तो जो उन्होंने जंग वगैरह ना लगे। सरफेस प्लेट ते लंबी समान परत नाल नीला तोथा लगाउणा चाहिए है। जदों आपां जिहड़ी जॉब आ उहनूं स्क्रैपिंग करनी है तो सरफेस प्लेट ते सारी दी लगभग लंबी परत ते तुसीं नीला तोता ला लो तां जो तुहानूं रगड़न च जॉब नूं रगड़न च आसानी रहे, उत्ते पता लगे जे भी कित्थे तुहाडे हाई स्पॉट हैगे जां नहीं हैगे। स्क्रैपर की कटिंग तार सही होनी चाहिए है, ये बहुत जरूरी है। जिहड़ी कटिंग तार आ बिल्कुल सही होनी चाहिए है। जे उच्ची नीवीं होगी फिर तुहाडा जिहड़ा मटीरियल स्क्रैप होगा वो भी सही नहीं होना। बिना हैंडल के स्क्रैपर का प्रयोग बिल्कुल नहीं करना चाहिए, हैंडल तो बिना बिल्कुल प्रयोग नहीं करना। स्क्रैपिंग के समय स्क्रैपर 30 के कोण के उत्ते झुका के रखना चाहिए है। ये तुहानूं मैं पहले ही दस चुके हैं, जिहड़ा झुका का कोण है जो स्क्रैपिंग करते हैं आपां स्क्रैपर का जिहड़ा कोण आ 30 के कोण ते होना चाहिए। स्क्रैपर की तार नूं ऑयल स्टोन ते तेज करते रहना चाहिए है। एक गलत लिखा हुआ अला स्टोन, ऑयल स्टोन है तो जी पथरी है उपर बार बार आपां नूं तेज करते रहना चाहिए है, क्योंकि स्क्रैपर नाल आपां लोहे नूं स्क्रैप कर रहे हैं, ठीक है। एक मीडियम हार्डनैस मटीरियल नूं स्क्रैप कर रहे हैं ना कि लक्कड़ नूं, तो बहुत जल्दी मुड़ जाता तो उसनूं बार बार स्क्रैप करना पैंदा। उपयोग ना होने ते स्क्रैपर के कटिंग एज ते तेल या ग्रीस की पतली परत लगाउणी चाहिए है। ये भी उसनूं जगाड़ तो बचा के रखती है, ग्रीस या तेल की पतली परत। पर जो वरतों करनी है उदों उसनूं कपड़े नाल पूरी तरह साफ कर लेना चाहिए। सरफेस प्लेट के नीले तोते की हल्की परत लगाउणी चाहिए है। जिहड़ी सरफेस प्लेट ते जिहड़ी परत लानी तुसीं नीले तोते की वो बिल्कुल हल्की होनी चाहिए है, मोटी नहीं होनी चाहिए। नहीं की होगा जो उसकी जॉब रगड़ोगे वो नीला तोता लगभग सारी जॉब की लग जूगा, चाहे वो हाई स्पॉट ने चाहे वो लो स्पॉट ने,
ਠੀਕ ਹੈ। ਉਹ ਆਪਾਂ ਨੂੰ ਪਤਾ ਨਹੀਂ ਲੱਗਣਾ ਕਿਹੜੇ ਹਾਈ ਸਪੌਟ ਨੇ। ਜੇ ਹਲਕੀ ਲੇਅਰ ਹੋਊਗੀ ਤਾਂ ਸਿਰਫ ਉਹ ਹਲਕਾ ਹਲਕਾ ਟੱਚ ਕਰੂਗਾ ਤਾਂ ਆਪਾਂ ਨੂੰ ਹਾਈ ਸਪੌਟ ਪਤਾ ਲੱਗ ਜਾਣਗੇ। ਤਾਂ ਇਸ ਵੀਡੀਓ ਵਿੱਚ ਇੰਨਾ ਹੀ ਸੀਗਾ। ਤਾਂ ਵੀਡੀਓ ਦੇਖਣ